ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। SS ਐਜੂਕੇਸ਼ਨਲ ਕੰਸਲਟੈਂਟ ਜੋ ਕਿ ਅੰਮ੍ਰਿਤਸਰ ਵਿਖੇ ਸਥਿਤ ਹੈ ਅਤੇ IELTS PTE ਸਪੋਕਨ ਇੰਗਲਿਸ਼ ਸਟੂਡੈਂਟ ਵੀਜ਼ਾ ਤੇ ਮਲਟੀਪਲ ਵੀਜ਼ਾ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ SS ਐਜੂਕੇਸ਼ਨਲ ਕੰਸਲਟੈਂਟਸ ਦੇ MD ਜਤਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਪੇਸ਼ੇ ਸੰਬੰਧੀ ਇੱਕ ਰਿਪੋਰਟ। दर्शकों किंजाया प्रदेश प्रोग्राम ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ SS ਇਮੀਗ੍ਰੇਸ਼ਨ ਤੇ IELTS ਦੇ ਜਿਹੜੇ MD ਨੇ ਜਤਿੰਦਰ ਜੀ। ਜਤਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਜਤਿੰਦਰ ਸਿੰਘ, ਮੈਂ 4S ਐਜੂਕੇਸ਼ਨ ਕੰਸਲਟੈਂਟ ਤੋਂ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡਾ ਅਸੀਂ 11 ਸਾਲ ਤੋਂ ਇਹ ਆਪਣੀ ਕੰਪਨੀ ਚਲਾ ਰਹੇ ਹਾਂ। ਇਹਦੇ ਵਿੱਚ ਕਾਫੀ ਬੱਚਿਆਂ ਦੇ ਵੀਜ਼ੇ ਜਿਹੜੇ ਆ ਉਹ ਸਕਸੈਸ ਹੋ ਚੁੱਕੇ ਆ ਤੇ ਜਾ ਕੇ ਵੱਖਰੀਆਂ ਕੰਟਰੀਆਂ ਜਿੱਦਾਂ ਆਸਟ੍ਰੇਲੀਆ, UK, ਕੈਨੇਡਾ, ਇਹਨਾਂ ਕੰਟਰੀਆਂ 'ਚ ਜਾ ਕੇ ਸਟੱਡੀ ਕਰ ਰਹੇ ਆ ਬੱਚੇ। ਸਰ, ਸਭ ਤੋਂ ਜਿਹੜੀ ਮੇਨ ਤੁਹਾਡੀ ਫੋਰਸ ਹੈ, ਤਾਕਤ ਹੈਗੀ ਆ, ਉਹ ਕੈਨੇਡਾ ਦੀ ਹੈ। ਔਰ ਕੈਨੇਡਾ ਦੇ ਵਿੱਚ ਤੁਹਾਡੇ ਬ੍ਰਦਰ ਜਿਹੜੇ ਹੈਗੇ ਆ, ਇਸ ਕੇਵਲ ਵੀਜ਼ਾ ਲਗਾਉਣ ਦਾ ਨਹੀਂ ਬਲਕਿ ਉਹਨਾਂ ਨੂੰ ਬਾਅਦ 'ਚ ਬੱਚਿਆਂ ਨੂੰ ਸੰਭਾਲਣ ਦਾ ਜਿਹੜਾ ਹੈਗਾ ਕੰਮ, ਉੱਥੇ ਜਾ ਕੇ ਵੀ ਉਹਨਾਂ ਨੂੰ ਜੌਬ, ਉਹਨਾਂ ਦੀ ਹੈਲਪ ਕਰਨੀ, ਉਹਨਾਂ ਨੂੰ ਵਧੀਆ ਕਾਲਜਾਂ ਦੇ ਵਿੱਚ ਕੋਈ ਡਿਫੀਕਲਟੀ ਨਾ ਆਵੇ। ਇਹ ਜਿਹੜਾ ਤੁਹਾਡਾ ਕ੍ਰਾਈਟੇਰੀਆ ਜਿਹਦੇ ਨਾਲ ਤੁਸੀਂ ਇੱਕ ਬਹੁਤ ਹੀ ਟੌਪ ਤੇ ਜਾ ਰਹੇ ਹੋ ਅੰਮ੍ਰਿਤਸਰ 'ਚ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਕਹਿਣਾ ਚਾਹੂੰਗਾ ਕਿ ਮੇਰਾ ਬ੍ਰਦਰ ਆ ਉੱਥੇ, ਜਿਹੜਾ ਉਹ ICCRC ਦੇ ਮੈਂਬਰ ਆ ਅਤੇ ਉਹਨਾਂ ਨੇ ਕੋਰਸ ਕੀਤਾ ਉੱਥੇ। ਐਂਡ ਜਾ ਕੇ ਕਿਸੇ ਵੀ ਬੱਚੇ ਨੂੰ ਜੇ ਕੋਈ ਦਿੱਕਤ ਆਉਂਦੀ ਆ, ਜਿੱਦਾਂ ਮਤਲਬ ਜੇ ਕੋਈ ਕੰਮ ਦੀ ਪ੍ਰੋਬਲਮ ਆਉਂਦੀ ਆ, ਕਿਸੇ ਨੂੰ LMIA ਦੀ ਪ੍ਰੋਬਲਮ ਆਉਂਦੀ ਆ, ਉਹ ਉੱਥੇ ਜਾ ਕੇ ਸਾਰਾ ਉਹਨਾਂ ਦਾ ਮਸਲਾ ਹੱਲ ਕਰ ਦਿੰਦੇ ਆ। ਐਂਡ ਕਿਸੇ ਨੂੰ ਵੀ ਕਿਸੇ ਰਹਿਣ ਦੀ ਪ੍ਰੋਬਲਮ ਆਉਂਦੀ, ਉਹਦੀ ਵੀ ਸਾਰਾ ਜ਼ਿੰਮੇਵਾਰੀ ਆਪਾਂ ਲੈ ਲੈਂਦੇ ਹਾਂ। ਜਤਿੰਦਰ ਜੀ, ਸਭ ਤੋਂ ਵੱਡੀ ਗੱਲ ਫਾਈਲਿੰਗ ਦੀ ਹੈ ਕਿ 11 ਸਾਲ ਤੁਹਾਨੂੰ ਹੋ ਗਏ ਇਸ ਫੀਲਡ ਦੇ ਵਿੱਚ ਲੱਗਿਆ ਨੂੰ, ਔਰ ਜੋ ਐਮਬੈਸੀ ਦੇ ਨਵੇਂ ਰੂਲਸ ਆਉਂਦੇ ਨੇ, ਕਿਉਂਕਿ ਤੁਹਾਡੇ ਬ੍ਰਦਰ ਮੈਂਬਰ ਨੇ, ਉਹ ਤੁਹਾਨੂੰ ਹਮੇਸ਼ਾ ਜਿਹੜਾ ਹੈਗਾ ਅਪਡੇਸ਼ਨ ਰਹਿੰਦੀ ਆ ਕਿ ਇਹ ਵੀ ਕਾਰਨ ਹੈ ਕਿ ਤੁਹਾਡੇ ਜਿਹੜੀ ਫਾਈਲਿੰਗ ਹੈਗੀ ਆ ਤਕਰੀਬਨ ਜਿਹੜੀ ਉਹ ਸਕਸੈਸਫੁਲੀ ਹੋ ਜਾਂਦੀ ਹੈ। ਹਾਂਜੀ, ਬਿਲਕੁਲ। ਸਾਨੂੰ ਨਵੀਆਂ ਗਾਈਡਲਾਈਨ ਜਿਹੜੀਆਂ ਆਉਂਦੀਆਂ ਰਹਿੰਦੀਆਂ ਆ, ਉਹ ਕਿਉਂਕਿ ਜਿਹੜੀਆਂ ਨਾਰਮਲ ਮੇਲ ਆਉਂਦੀਆਂ ਵਾ ਬਾਅਦ 'ਚ ਲੋਕਾਂ ਨੂੰ, ਉਹ ਸਭ ਤੋਂ ਪਹਿਲਾਂ ਜਿਹੜੇ ICCRC ਦੇ ਮੈਂਬਰ ਹੁੰਦੇ ਉਹ ਉਹਨਾਂ ਨੂੰ ਪਹਿਲਾਂ ਆਉਂਦੀਆਂ। ਇਸ ਕਰਕੇ ਉਹ ਸਾਰੀ ਗਾਈਡਲਾਈਨ ਦੇ ਅਕੋਰਡਿੰਗਲੀ ਅਸੀਂ ਸਾਰਾ ਪ੍ਰੋਸੈਸ ਕਰਦੇ ਹਾਂ। ਹੁਣ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ, ਸਪਾਊਸ ਵੀਜ਼ੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਸਪਾਊਸ ਵੀਜ਼ਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਲਾਉਣ ਲਈ। ਉਹ ਸਾਡਾ ਬਹੁਤ ਜ਼ਿਆਦਾ ਸਕਸੈਸ ਰੇਟ ਜਾ ਰਿਹਾ। ਅਸੀਂ ਉਹਦੇ ਘੱਟ ਪੇਪਰ ਲਾ ਕੇ, ਕਈ ਲੋਕ ਬਹੁਤ ਜ਼ਿਆਦਾ ਪੇਪਰ ਵਰਕ ਕਰਦੇ ਆ ਉਹਦੇ ਵਿੱਚ ਕਿ ਆਹ ਚਾਹੀਦਾ ਬਟ ਘੱਟ ਪੇਪਰ ਵਰਕ ਹੀ ਲਾਈਦੇ ਆ ਅਤੇ ਬਟ ਉਹਨਾਂ ਦਾ ਵੀਜ਼ਾ ਜਿਹੜਾ ਬਹੁਤ ਸਕਸੈਸ ਵਧੀਆ ਉਹਨਾਂ ਦਾ ਹੁੰਦਾ, ਆ ਜਾਂਦੇ ਆ ਵੀਜ਼ੇ। ਜਤਿੰਦਰ ਜੀ, ਅਸੀਂ ਗੱਲ ਕਰੀਏ ਇਸ ਮਾੜੇ ਔਖੇ ਸਮੇਂ ਦੀ, ਕਰੋਨਾ ਦੇ, ਉਹਦੇ ਵਿੱਚ ਵੀ ਤੁਸੀਂ ਆਨਲਾਈਨ ਬੱਚਿਆਂ ਦੇ ਨਾਲ ਜਿੰਨੇ ਵੀ ਤੁਹਾਡੇ ਸਟੂਡੈਂਟ ਸੀਗੇ, ਤੁਸੀਂ ਕਿਸੇ ਦੇ ਕੈਰੀਅਰ ਨੂੰ ਖਰਾਬ ਨਹੀਂ ਹੋਣ ਦਿੱਤਾ ਔਰ ਉਹਨਾਂ ਦੇ ਵਿੱਚ ਵੀ ਆਨਲਾਈਨ ਸਟੱਡੀ ਕਰਾਉਂਦੇ ਰਹੇ, ਉਹਨਾਂ ਨੂੰ ਪੁੱਛਦੇ ਰਹੇ, ਉਹਨਾਂ ਦੇ ਨਾਲ ਟੱਚ 'ਚ ਰਹੇ ਔਰ ਹਮੇਸ਼ਾ ਜਿਹੜੇ ਹੈਗੇ ਆ ਤੁਹਾਡੇ EMPLOYEES ਹੈ ਜਿਹੜੇ, ਉਹਨਾਂ ਦੇ ਨਾਲ ਤੁਸੀਂ ਅਟੈਚ ਹੋ ਕੇ ਹਮੇਸ਼ਾ ਕਦੇ ਇਸ ਚੀਜ਼ ਦੀ ਪਰਵਾਹ ਨਹੀਂ ਤੁਸੀਂ ਕੀਤੀ, ਬਲਕਿ ਤੁਸੀਂ ਇੱਕ ਨਵਾਂ ਜਿਹੜਾ ਹੈਗਾ ਮੁਕਾਮ ਜਿਹੜਾ ਹੈਗਾ ਇਸ ਕਰੋਨਾ 'ਚ ਵੀ ਹਾਸਲ ਕਰ ਚੁੱਕੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਉਹਦੇ ਵਿੱਚ ਵੀ ਅਸੀਂ ਵਧੀਆ ਲੋਕਾਂ ਨੂੰ ਗਾਈਡ ਕੀਤਾ ਆ। ਐਂਡ ਜਿੱਦਾਂ ਕਿ ਆਪਾਂ IELTS ਦਾ ਵੀ ਕੰਮ ਕਰਾਉਣੇ ਆ, IELTS ਵੀ ਕਰਾਉਣੇ ਆ, PT ਵੀ ਕਰਾਉਣੇ ਆ ਅਤੇ TOEFL ਵੀ ਸਾਰੇ ਸਾਡੇ ਕੋਲ ਸਾਰਾ ਕੁਛ ਇੱਥੇ ਹੈਗਾ। ਅਤੇ ਇੱਕ ਇਹਦੇ ਵਿੱਚ ਇੱਕ ਸਾਡੀ ਹੋਰ ਵਧੀਆ ਗੱਲ ਇਹ ਆ ਕਿ ਜਦੋਂ ਬੱਚਾ ਸਾਡੇ ਕੋਲ ਆ ਜਾਂਦਾ ਆ, ਉਹਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਉਹਨੂੰ ਅਸੀਂ IELTS ਵੀ ਇੱਥੇ ਕਰਵਾ ਦਿੰਦੇ ਹਾਂ, ਉਹਨੂੰ PT ਵੀ ਇੱਥੇ ਕਰਵਾ ਦਿੰਦੇ ਹਾਂ, ਉਹਦਾ ਵੀਜ਼ਾ ਵੀ ਇੱਥੋਂ ਹੀ ਲਗਵਾ ਦਿੰਦੇ ਹਾਂ। ਉਹਨੂੰ ਕੈਨੇਡਾ, ਆਸਟ੍ਰੇਲੀਆ ਜਿੱਥੇ ਵੀ ਉਹ ਚਾਹਵੇ ਇੱਥੋਂ ਹੀ ਸੈੱਟ ਕਰਵਾ ਦਿੰਦੇ ਹਾਂ। ਫਿਰ ਅੱਗੇ ਵੀ ਕੈਨੇਡਾ ਵੀ ਲਿੰਕ ਹੈਗੇ ਆ, ਆਸਟ੍ਰੇਲੀਆ ਵੀ ਹੈਗੇ ਆ, ਉੱਥੇ ਜਾ ਕੇ ਵੀ ਅਸੀਂ ਫੁੱਲ ਉਹਦੀ ਹੈਲਪ ਕਰਦੇ ਹਾਂ ਕਿ ਉਹਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਾ ਆਵੇ। ਇੱਕੋ ਛੱਤ ਦੇ ਹੇਠਾਂ ਸਾਰੇ ਹੀ ਕੰਮ ਹੋ ਜਾਂਦੇ ਸਾਡੇ। ਜਤਿੰਦਰ ਜੀ, ਸਾਨੂੰ ਦੱਸੋ ਕਿ ਅੱਜ ਕੱਲ੍ਹ ਜਿਹੜਾ ਕਿ
ਕਰੋਨਾ ਦਾ ਇੰਨਾ ਜ਼ਿਆਦਾ ਕਹਿਰ ਚੱਲਿਆ ਹੋਇਆ ਹੈ, ਕਿਹੜੇ ਕੰਟਰੀਜ਼ ਹੈਗੇ ਆ ਜਿਹਦੇ 'ਚ, ਕਿਉਂਕਿ ਬੱਚੇ ਸਾਰੇ ਜਾਣਾ ਚਾਹੁੰਦੇ ਨੇ, ਕਿਹੜੇ ਕੰਟਰੀਜ਼ 'ਚ ਅੱਜ ਕੱਲ੍ਹ ਖੁੱਲ੍ਹੇ ਨੇ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਫਾਰਵਰਡ ਕਰਾ ਰਹੇ ਹੋ? ਹਾਂਜੀ, ਜਿੱਦਾਂ ਕਿ ਅੱਜ ਕੋਵਿਡ-19 ਦਾ ਕਰਕੇ ਸਾਰੀ ਦੁਨੀਆ 'ਚ ਮਹਾਂਮਾਰੀ ਦੇ ਫੈਲਣ ਕਰਕੇ ਦਿੱਕਤ ਆ ਰਹੀ ਆ, ਉਹਦੇ ਵਿੱਚ ਵੀ ਜਿਹੜੀਆਂ ਐਮਬੈਸੀਆਂ ਆ ਉਹ ਆਨਲਾਈਨ ਕੰਮ ਕਰ ਰਹੀਆਂ। ਜਿੱਦਾਂ ਕਿ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਐਮਬੈਸੀਆਂ ਜਿਹੜੀਆਂ ਆਨਲਾਈਨ ਕੰਮ ਕਰ ਰਹੀਆਂ ਆ, ਉੱਥੋਂ ਹੁਣ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, AIP ਦੇ ਰਹੇ ਆ। ਉੱਤੇ AIP ਜਿੱਦਾਂ ਕਿ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਕਿ AIP ਜਿਹੜੀ ਆ ਉਹ ਸਾਡੀਆਂ ਅਪਰੂਵਲ ਹੋ ਰਹੀਆਂ ਆ। ਓਕੇ, ਠੀਕ ਹੈ ਜੀ। ਤੇ ਇਹਦੇ ਵਿੱਚ ਇਹ ਜਿਹੜਾ ਵੀਜ਼ਾ ਆ ਇਹ 99% ਵੀਜ਼ਾ ਆ। ਹੁਣ ਸਿਰਫ ਜਿੱਦਣ ਐਮਬੈਸੀ ਓਪਨ ਹੋਣੀ ਆ, ਇਸ ਬੱਚੇ ਨੇ ਆਪਣਾ ਪਾਸਪੋਰਟ ਲੈ ਕੇ ਜਾਣਾ ਆ ਤੇ ਉਹਦੇ ਤੇ ਸਟicker ਜਿਹੜਾ ਲੱਗ ਕੇ ਉਹ ਉਹਨੂੰ ਮਿਲ ਜਾਣਾ ਆ, ਫਿਰ ਉਹ ਉਹਦੇ ਤੇ ਟਰੈਵਲ ਕਰ ਸਕਦਾ ਤੇ ਹੁਣ ਇਹ ਆਨਲਾਈਨ ਕਲਾਸ ਲਾ ਸਕਦਾ ਆ ਬੱਚਾ। ਮਤਲਬ ਅਸੀਂ ਇਹ ਮੰਨੀਏ ਕਿ ਜਿਹੜੇ ਇਹ ਤੁਹਾਡੇ ਇਹ ਨਹੀਂ ਜਿਹੜਾ ਕਨਸੈਪਟ ਆਇਆ ਹੈਗਾ, ਜਿਸ ਦੇ ਥਰੂ ਤੁਸੀਂ ਹੁਣ ਬੱਚਿਆਂ ਨੂੰ ਮਤਲਬ ਜਿੱਦਾਂ, ਕਿਉਂਕਿ ਵਿਸ਼ਵਾਸ ਬੰਦੇ ਨੂੰ ਆਉਂਦਾ ਵੀ ਯਾਰ ਮੈਸੀ ਬਣਦਾ, ਉਹਨਾਂ ਦੇ ਮਨ ਨੂੰ ਮਜ਼ਾ ਮਤਲਬ ਦੇਣ ਦੇ ਲਈ ਇਹ ਜਿਹੜੀ ਚੀਜ਼ ਹੈਗੀ ਆ ਤੁਹਾਡੇ ਲਈ ਇੱਕ ਉਹਨਾਂ ਲਈ ਇਹ ਚੀਜ਼ ਹੈ ਕਿ 99% ਜਿਹੜਾ ਹੈਗਾ ਉਹ ਪੋਜ਼ਿਟਿਵ ਨੇ। ਹਾਂਜੀ, ਪੋਜ਼ਿਟਿਵ ਇਹ ਉਹਨੂੰ ਦਿੱਤਾ ਜਾਂਦਾ ਜਿਹੜਾ ਪੋਜ਼ਿਟਿਵ ਆ। ਜਤਿੰਦਰ ਜੀ, ਜਿਸ ਤਰੀਕੇ ਦੇ ਨਾਲ ਤੁਹਾਡੀ SS ਦੀ ਮੰਗ ਜਿਹੜੀ ਵੱਧ ਰਹੀ ਹੈਗੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੰਜਾਬ, ਹਰਿਆਣਾ, ਹਿਮਾਚਲ ਦੀ ਗੱਲ ਕਰੀਏ ਤਾਂ ਉੱਥੋਂ ਵੀ ਤੁਹਾਨੂੰ ਬੜੀਆਂ ਕਾਲਸ ਆ ਰਹੀਆਂ ਨੇ ਕਿ ਅਸੀਂ ਤੁਹਾਡੇ ਨਾਲ ਅਟੈਚ ਹੋਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਫਰੈਂਚਾਈਜ਼ੀ ਲੈਣਾ ਚਾਹੁੰਦੇ ਹਾਂ। ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦੇ ਫਰੈਂਚਾਈਜ਼ੀ ਵੀ ਲੋਕਾਂ ਨੂੰ ਦਿਓਗੇ? ਹਾਂਜੀ ਬਿਲਕੁਲ ਜੀ, ਫਰੈਂਚਾਈਜ਼ੀ ਦੇਵਾਂਗੇ। ਪਹਿਲਾਂ ਬੰਦਾ ਵੇਖਾਂਗੇ ਕਿ ਇਮਾਨਦਾਰ ਹੋਣਾ ਚਾਹੀਦਾ ਆ ਤੇ ਸਾਰੇ ਉਹਦੀਆਂ ਮਤਲਬ ਕਿ ਰਿਕੁਆਇਰਮੈਂਟ ਸਾਡੇ ਅਕੋਰਡਿੰਗਲੀ ਪੂਰੀਆਂ ਹੋਣ 'ਤੇ ਹੀ ਫਰੈਂਚਾਈਜ਼ੀ ਦੇਵਾਂਗੇ। ਅਸੀਂ ਇਸੇ ਕਰਕੇ ਹੀ ਨਹੀਂ, ਅਸੀਂ ਕਿਸੇ ਨਾਲ ਅੱਜ ਤੱਕ ਨਾ ਧੋਖਾ ਕੀਤਾ, ਨਾ ਕਰਨਾ ਚਾਹੁੰਦੇ, ਨਾ ਕਦੀ ਕਰਾਂਗੇ। ਬਟ ਇਹੀ ਆ ਕਿ ਸਾਨੂੰ ਅੱਗੇ ਇਮਾਨਦਾਰ ਬੰਦਾ ਮਿਲੇ ਤੇ ਅਸੀਂ ਉਹਦਾ ਫਰੈਂਚਾਈਜ਼ੀ ਫਿਰ ਅਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹਾਂ। ਜਤਿੰਦਰ ਜੀ, ਜਿਸ ਤਰੀਕੇ ਦੇ ਨਾਲ ਜਦ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈਏ ਤਾਂ ਐਜੂਕੇਸ਼ਨਿਸਟ ਬਹੁਤ ਜ਼ਿਆਦਾ ਜਿਹੜੇ ਟੀਚਰਸ ਹੈਗੇ ਆ ਜਾਂ ਹੋਰ ਜਿਹੜੇ ਪ੍ਰੋਫੈਸ਼ਨਲ ਬੰਦੇ ਨੇ, ਜਿਹੜੇ ਮਿਹਨਤੀ ਲੋਕ ਨੇ, ਅਗਰ ਉਹ ਤੁਹਾਡੇ ਨਾਲ ਅਟੈਚ ਹੋਣਾ ਚਾਹੁਣ ਤਾਂ ਕੀ ਤੁਸੀਂ ਉਹਨਾਂ ਨੂੰ ਮਤਲਬ ਚਾਹੇ ਉਹ ਕਿਸੇ ਵੀ ਹਿੱਸੇ 'ਚ ਬੈਠੇ ਹੋਣ, ਉੱਥੇ ਬੈਠ ਕੇ ਵੀ ਤੁਹਾਡਾ ਕੰਮ ਕਰੀ ਜਾਣ, ਉੱਥੇ ਬੈਠ ਕੇ ਵੀ ਉਹ ਲੋਕਾਂ ਨੂੰ ਗਾਈਡਲਾਈਨ ਦੇਈ ਜਾਣ ਵੀਜ਼ਾਸ ਦੇ ਲਈ, ਕਿ ਉਹਨਾਂ ਨੂੰ ਅਟੈਚ ਕਰ ਲਓ ਆਪਣੇ ਨਾਲ? ਹਾਂਜੀ ਬਿਲਕੁਲ ਜੀ, ਜੇ ਉਹ ਸਾਡੇ ਅਕੋਰਡਿੰਗਲੀ ਸਾਡੀਆਂ ਜਿਹੜੀਆਂ ਰਿਕੁਆਇਰਮੈਂਟ ਪੂਰੀਆਂ ਕਰਦੇ ਹੋਣਗੇ ਤੇ ਅਸੀਂ ਉਹਨਾਂ ਨੂੰ ਜ਼ਰੂਰ ਆਪਣੇ ਫਰੈਂਚਾਈਜ਼ੀ ਦੇਵਾਂਗੇ ਤੇ ਉਹ ਸਾਡੇ ਨਾਲ ਲੌਂਗ ਟਾਈਮ ਕੰਮ ਕਰ ਸਕਦੇ ਆ। ਜਤਿੰਦਰ ਜੀ, ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਜਾਣਾ ਚਾਹੁੰਦੇ ਨੇ ਬਾਹਰ, ਹਰੇਕ ਬੱਚੇ ਦੇ ਜਿਹੜੇ ਮਨ ਦੇ ਵਿੱਚ ਇਹ ਚਾਹਨਾ ਹੈਗੀ ਆ, ਔਰ ਪੇਰੈਂਟਸ ਜਿਹੜੇ ਹੈਗੇ ਆ ਉਹ ਜ਼ਿਆਦਾ ਪੰਜਾਬ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਜ਼ਿਆਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਨੌਲੇਜ ਨਹੀਂ ਹੁੰਦੀਗੀ। ਹਾਲਾਂਕਿ ਅੱਜ ਕੱਲ੍ਹ ਆਨਲਾਈਨ ਹੋ ਗਿਆ, ਲੋਕ ਪੜ੍ਹੇ ਲਿਖੇ ਹੋ ਗਏ, ਲੇਕਿਨ ਉਹਦੇ ਬਾਵਜੂਦ ਵੀ ਕੀ ਤੁਸੀਂ ਕਹਿਣਾ ਚਾਹੋਗੇ ਕਿ ਅਗਰ ਕਿਸੇ ਬੱਚੇ ਨੇ ਬਾਹਰ ਜਾਣਾ, ਕੀ ਚੀਜ਼ਾਂ ਦਾ ਧਿਆਨ ਰੱਖੇ ਜਿਹਦੇ ਨਾਲ ਉਹ ਕਿਸੇ ਫਰਾਡ 'ਚ, ਕਿਸੇ ਪਰੇਸ਼ਾਨੀ ਦੇ ਵਿੱਚ ਨਾ ਫਸੇ? ਬਿਲਕੁਲ, ਜਿੱਦਾਂ ਕਿ ਹੁਣ ਤੁਸੀਂ ਸੁਣ ਰਹੇ ਹੋਗੇ ਕਿ ਜਿੱਦਾਂ ਕਿ ਵਿਦਆਊਟ ਆਈਲੈਟਸ ਕੈਨੇਡਾ ਦੀ ਬਹੁਤ ਜ਼ਿਆਦਾ ਐਡ ਆ ਰਹੀ ਆ, ਜਦੋਂ ਕਿ ਉਹ 95% ਝੂਠ ਆ। ਠੀਕ ਆ, ਵਿਦਆਊਟ ਆਈਲੈਟਸ ਜਿਹੜਾ ਵੀਜ਼ਾ ਜਿਹੜਾ ਉਹ ਸਕਸੈਸ ਨਹੀਂ ਹੈਗਾ। 10% ਵੀਜ਼ਾ ਲੱਗਦਾ ਆ, 90% ਵੀਜ਼ਾ ਨਹੀਂ ਲੱਗਦਾ। ਠੀਕ ਆ, ਉਹਦੇ ਵਿੱਚ ਉਹ ਲੋਕਾਂ ਨਾਲ ਇੱਕ ਫਰਾਡ ਹੋ ਰਿਹਾ, ਲੋਕਾਂ ਨਾਲ ਧੋਖਾ ਹੋ ਰਿਹਾ, ਪਰ ਲੋਕੀ ਫਿਰ ਵੀ ਗੁੰਮਰਾਹ ਹੋ ਰਹੇ ਆ, ਪਿੰਡਾਂ ਦੇ ਲੋਕ ਵੀ, ਸ਼ਹਿਰਾਂ ਦੇ ਲੋਕ ਵੀ ਹੋ ਰਹੇ ਆ। ਇਸ ਕਰਕੇ ਮੈਂ ਉਹਨਾਂ ਨੂੰ ਅਵੇਅਰ ਕਰਨਾ ਚਾਹੂੰਗਾ ਕਿ ਇਸ ਚੱਕਰ 'ਚ ਤੁਸੀਂ ਨਾ ਫਸੋ, ਕਿਉਂਕਿ ਇਹ ਇੱਕ ਮਤਲਬ ਕਿ ਉਹ ਸਕਸੈਸ ਹੋਣ ਵਾਲੀ ਗੱਲ ਨਹੀਂ ਹੈਗੀ। ਤੁਸੀਂ ਆਈਲੈਟਸ ਕਰੋ, ਜਿਹਦੇ +2 ਕਰੋ, ਨਾਨ ਮੈਡੀਕਲ ਕਰੋ, ਮੈਥ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਤੁਹਾਨੂੰ ਬਹੁਤ ਜ਼ਿਆਦੀਆਂ ਕੋਰਸ ਦੀਆਂ ਆਪਸ਼ਨ ਮਿਲ ਜਾਂਦੀਆਂ ਤੇ ਤੁਸੀਂ ਉਹ ਕਰਕੇ ਤੇ ਤੁਸੀਂ ਅੱਗੇ ਆਪਣਾ ਭਵਿੱਖ ਬਣਾ ਸਕਦੇ ਹੋ। ਤੇ ਆਈਲੈਟਸ ਕਰਕੇ ਹੀ ਜਾਓ, 6.5 ਬੈਂਡ ਲਵੋ ਤੇ ਫਿਰ ਉਹਦੇ ਅਕੋਰਡਿੰਗਲੀ ਫਿਰ ਤੁਹਾਡੀ ਅੱਗੇ, ਹਾਂ 1 ਚੋਂ 5.5 ਹੋ ਜਾਣ ਤਾਂ ਵੀ ਕੋਈ ਪ੍ਰੋਬਲਮ ਨਹੀਂ, ਵੀਜ਼ਾ ਆਏਗਾ। ਸਾਡੇ ਆਏ ਵੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆ। PT ਵਾਲਿਆਂ ਦੇ ਵੀ ਵੀਜ਼ੇ ਆਉਂਦੇ ਆ, ਬਟ ਕੁਛ ਨਾ ਕੁਛ ਤੇ ਬੰਦੇ ਕੋਲ ਸਕਿੱਲਸ ਹੋਣੇ ਚਾਹੀਦੇ ਆ। ਇਹ ਨਹੀਂ ਆ ਕਿ ਵਿਦਆਊਟ ਆਈਲੈਟਸ ਹੋ ਜੇ, ਸਰਟੀਫਿਕੇਟ ਕਰ ਲਓ, ਉਹ ਸਭ ਕੁਛ ਨਹੀਂ ਹੋਣਾ ਚਾਹੀਦਾ। ਉਹ 'ਚ ਆਉਣ ਵਾਲੇ ਟਾਈਮ 'ਚ ਵੀ ਤੁਹਾਨੂੰ PR ਲੈ ਕੇ ਵੀ ਤੁਹਾਨੂੰ ਦਿੱਕਤ ਆ ਸਕਦੀ ਆ ਕਿ ਕੱਲ੍ਹ ਨੂੰ ਤੁਹਾਡੇ ਮਨ 'ਚ ਵੀ ਰਹਿੰਦਾ, ਸਾਰਿਆਂ ਨੂੰ ਪਤਾ ਹੁੰਦਾ ਕਿ ਜਿਹੜਾ 2 ਨੰਬਰ ਦਾ ਹੀ ਕੰਮ ਕਰ ਰਹੇ ਉਹ 2 ਨੰਬਰ ਦਾ ਹੀ ਆ। ਜਤਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਅੱਜ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਇਸ ਚੈਨਲ ਦੇ ਮਾਧਿਅਮ ਦੇ ਉੱਪਰ ਤੁਸੀਂ ਸਾਡੇ ਨਾਲ ਜੁੜੇ ਰਹੋ। ਔਰ ਜਾਂਦੇ ਸਾਡਾ ਆਸਟ੍ਰੇਲੀਆ, ਜਿਹਦੇ ਲਈ ਅੱਜ ਆਸਟ੍ਰੇਲੀਆ ਦੇ ਲਈ ਲੋਕ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਅਵੇਅਰ ਹੋਏ ਹੋਏ, ਆਸਟ੍ਰੇਲੀਆ ਜਿਹੜਾ ਲੋਕਾਂ ਦੇ ਮੂੰਹ ਦੇ ਵਿੱਚ, ਉਹਦੇ ਬਾਰੇ ਦੱਸੋ ਜਿਹਦੇ ਤੁਸੀਂ ਜ਼ਿਆਦਾ ਐਕਸਪਰਟ। ਹਾਂਜੀ, ਆਸਟ੍ਰੇਲੀਆ ਦੀ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲ ਬਹੁਤ ਵਧੀਆ ਆਇਆ ਕਿ ਵਿਦਆਊਟ ਆਈਲੈਟਸ ਜਿਹੜਾ ਉਹ ਆਸਟ੍ਰੇਲੀਆ ਅਸੈਪਟ ਕਰ ਰਿਹਾ। 65% ਮਾਰਕਸ ਹੋਣ ਹਰ ਮੋਡਿਊਲ ਦੇ ਵਿੱਚੋਂ, 65% ਮਸਟ ਆ। ਤੇ ਫਿਰ ਜਿਹੜਾ ਉਹ ਵਿਦਆਊਟ ਆਈਲੈਟਸ ਜਿਹੜਾ ਉਹ ਆਸਟ੍ਰੇਲੀਆ ਅਸੈਪਟ ਕਰ ਰਿਹਾ ਤੇ ਉਹਦਾ ਆਪਾਂ ਪੈਕੇਜ ਕਰਦੇ ਹਾਂ। ਆਲ ਫੀਸ ਜਿਹੜੀ ਆ ਉਹਦੀ ਆਫਟਰ ਵੀਜ਼ਾ ਆਪਾਂ ਲਵਾਂਗੇ। ਯੂ ਮੀਨ ਟੂ ਸੇ ਕਿ ਬੱਚੇ ਦੇ ਸਕਿੱਲ ਜਦੋਂ 65% ਜਿਹੜਾ ਮਾਰਕਸ ਵਾਲਾ, ਤਾਂ ਉਹ ਨੈਚੁਰਲੀ ਗੱਲ ਆ ਕਿ ਉਹਨੇ ਇੰਗਲਿਸ਼ ਵੀ ਪੜ੍ਹੀ ਹੋਏਗੀ ਤੇ ਉਹਦੇ 'ਚ ਮਤਲਬ ਉਹਦੀ ਉਨੀ ਕੁ ਬੇਸਿਕ ਜਿਹੜੀ ਨੌਲੇਜ ਜਿਹੜੀ ਹੈਗੀ ਆ, ਉਹਦੇ ਬੇਸ ਤੇ ਵੀ ਆਸਟ੍ਰੇਲੀਆ ਦੇ ਜਿਹੜੇ ਵੀਜ਼ੇ ਲੱਗ ਰਹੇ। ਹਾਂਜੀ, ਆਸਟ੍ਰੇਲੀਆ ਦੇ ਵੀਜ਼ੇ ਜਿਹੜੇ
ਰਿਕੁਆਇਰਮੈਂਟ ਉਹਨਾਂ ਦੀ ਹੈ, ਜਿੱਦਾਂ ਮਤਲਬ ਕਿ ਜੇ 65% ਤੋਂ ਘੱਟ ਹੈ ਉਹਨਾਂ ਦੇ ਵੀਜ਼ੇ ਨਹੀਂ ਲੱਗਣੇ, ਉਹ ਕਹਿਣ ਕਿ ਅਸੀਂ ਵਿਦਆਊਟ ਆਈਲੈਟਸ ਨੋ 65% ਅਬਵ ਨੰਬਰ ਹੋਣੇ ਚਾਹੀਦੇ ਆ ਹਰ ਮੋਡਿਊਲ ਦੇ ਵਿੱਚੋਂ, ਤੇ ਤੁਹਾਡਾ ਵੀਜ਼ਾ ਜਿਹੜਾ ਉਹ ਸ਼ੋਰ ਲੱਗ ਜਾਏਗਾ। +2 ਵਾਲਿਆਂ ਦੇ +2 ਵਾਲਿਆਂ ਦਾ ਵੀ, ਪਲੱਸ ਮਾਸਟਰ ਵਾਲਿਆਂ ਦਾ ਵੀ, ਬੈਚਲਰ ਵਾਲਿਆਂ ਦੇ ਸਾਰਿਆਂ ਦੇ ਲੱਗਣਗੇ। ਬਟ ਉਹਨਾਂ ਦੀ ਜਿਹੜੀ ਹੈਗੀ ਆ, ਉਹਨਾਂ ਦੀ ਰਿਕੁਆਇਰਮੈਂਟ ਹੈ ਉਹ 65% ਆ। ਪਰ ਜੇ ਕੋਈ ਕਵੇ ਕਿ 50 ਵਾਲਾ ਵੀ ਅਸੀਂ ਭੇਜ ਦਾਂਗੇ ਵਿਦਆਊਟ ਆਈਲੈਟਸ, ਨੋ, ਉਹ ਨਹੀਂ ਭੇਜ ਸਕਦੇ। ਦੇਖੋ ਜਤਿੰਦਰ ਜੀ ਜਿੱਦਾਂ ਸਾਡੇ ਨਾਲ ਬਣ ਰਹੇ ਗੱਲਬਾਤ ਕਰ ਰਹੇ ਨੇ, ਔਰ ਨੀਚੇ ਸਕਰੀਨ ਤੇ ਇਹਨਾਂ ਦੇ ਨੰਬਰ ਚੱਲ ਰਿਹਾ। ਤੁਸੀਂ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਜਤਿੰਦਰ ਜੀ ਦੇ ਨਾਲ ਤੁਸੀਂ ਡਾਇਰੈਕਟ ਫੋਨ ਕਰ ਸਕਦੇ ਹੋ। ਨੀਚੇ ਸਕਰੀਨ ਦੇ ਉੱਤੇ ਫੋਨ ਨੰਬਰ ਚੱਲ ਰਹੇ ਨੇ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਕੋਲ ਆਏ ਇਨਫੋਰਮੇਸ਼ਨ ਲਈ। ਥੈਂਕ ਯੂ। you